ਰੰਗ ਰਾਤੇ ਸੁਹਾਵਾ ਕਰੇ ਸਰੇ ਸਜੋ ਜੋਤੀ ਰੇ ਰੰਗ ਰਾਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਸੁਖ ਦੁਖ ਜੇ ਪਰਸੈ ਨਹੀਂ। ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ। ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜਹ। ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ। ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ। ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ। ਮੁਕਤ ਤਾਹੇ ਤੈ ਜਾਨ ਭੈ ਕਾਹੂ ਕੋ ਦੇਤ ਨਹ। ਨਹ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ। ਗਿਆਨੀ ਤਾਹੇ ਬਖਾਨ ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਜਿਸ ਤਰ੍ਹਾਂ ਕਿ ਆਪ ਜੀ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਆ ਰਿਹਾ। ਸੋ ਉਸੇ ਦੇ ਸੰਬੰਧ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਾਧ ਸੰਗਤ, ਸਤਿਗੁਰਾਂ ਨੇ ਕਿਰਪਾ ਕਰਕੇ ਰਹਿਮਤ ਕਰਕੇ ਕੱਲ 12 ਕੁ ਸ਼ਲੋਕਾਂ ਦੀ ਵਿਚਾਰ ਸੰਪੂਰਨ ਕਰਵਾਈ ਸੀ। ਅੱਜ 13ਵੇਂ ਸ਼ਲੋਕ ਤੋਂ ਵਾਰੀ ਹੈ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਤੁਹਾਨੂੰ ਯਾਦ ਹੋਵੇਗਾ ਕਿ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ ਨਾ, ਤੇ ਇਹ ਗੱਲ ਪ੍ਰਤੀਤ ਹੁੰਦੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੋਈ ਐਸਾ ਵਿਸ਼ਾ ਨਹੀਂ ਛੱਡਿਆ ਜਿਸ ਵਿਸ਼ੇ ਤੇ ਮੇਰੇ ਸਤਿਗੁਰਾਂ ਨੇ ਗੱਲ ਨਾ ਕੀਤੀ ਹੋਵੇ। ਭਾਵ ਹਰ ਇੱਕ ਵਿਸ਼ੇ ਤੇ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੱਲ ਕੀਤੀ। ਅੱਜ ਜਿਹੜੇ 4 ਸ਼ਲੋਕ ਤੁਹਾਡੇ ਨਾਲ ਸੰਖੇਪ ਜੇ ਵਿਚਾਰਨੇ ਨੇ। ਪਹਿਲੇ ਸ਼ਲੋਕ 'ਚ ਮੇਰੇ ਸਤਿਗੁਰ ਕਹਿਣ ਲੱਗੇ ਆ ਤੁਹਾਨੂੰ ਦੱਸਾਂ ਕਿ ਅਸਲ ਵਿੱਚ ਭਗਵਾਨ ਦੀ ਮੂਰਤ ਕੈਸੀ ਹੁੰਦੀ ਹੈ। ਅਗਲੇ 2 ਸ਼ਲੋਕਾਂ 'ਚ ਅਸਲ ਵਿੱਚ ਮੁਕਤੀ ਕੀ ਹੈ, ਆਪਾਂ ਕਿਸ ਮਨੁੱਖ ਨੂੰ ਮੁਕਤ ਮੰਨ ਸਕਨੇ ਹਾਂ। ਤੇ 16ਵੇਂ ਸ਼ਲੋਕ ਵਿੱਚ ਸਤਿਗੁਰਾਂ ਨੇ ਗਿਆਨੀ ਦੀ ਪਰਿਭਾਸ਼ਾ ਦੱਸੀ। ਆਓ ਸੰਖੇਪ ਜੀ ਇਹਨਾਂ 4 ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਮਰਕਨ ਦੇ ਸੰਸਾਰ ਤੇ ਲੋਕ ਨਾ ਕੋਈ ਕਾਗਜ਼ਾਂ ਤੇ ਭਗਵਾਨ ਦੀਆਂ ਮੂਰਤਾਂ ਬਣਾਉਂਦਾ ਹੈ, ਕੋਈ ਪੱਥਰ ਦੀਆਂ ਮੂਰਤਾਂ ਬਣਾ ਕੇ ਬੈਠਾ ਹੈ।
ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਭਲਿਆ ਮੈਂ ਤੈਨੂੰ ਉਸ ਭਗਵਾਨ ਦੀ ਮੂਰਤ ਦੇ ਦਰਸ਼ਨ ਕਰਾਣੇ ਨੇ ਜਿਹੜੀ ਕਿ ਚਲਦੀ ਫਿਰਦੀ ਜਿੰਦੀ ਜਾਗਦੀ ਬੋਲਦੀ ਚਾਲਦੀ ਜਿਹਦੇ ਕੋਲ ਬੈਠ ਕੇ ਤੂੰ ਆਪਣੇ ਜੀਵਨ ਨੂੰ ਜੀਣ ਦਾ ਢੰਗ ਸਿੱਖ ਸਕੇ। ਮੈਂ ਉਸ ਮੂਰਤ ਨਾਲ ਨਹੀਂ ਜੋੜਨਾ ਜਿਹੜੀ ਬੋਲ ਨਾ ਸਕੇ, ਜਿਹੜੀ ਤੇਰੇ ਨਾਲ ਗੱਲ ਨਾ ਕਰ ਸਕੇ। ਮੈਂ ਐਸੀ ਮੂਰਤ ਨਾਲ ਤੈਨੂੰ ਜੋੜਨਾ ਚਾਹਨਾ ਜਿਹੜੀ ਮੂਰਤ ਤੇਰੇ ਨਾਲ ਗੱਲ ਕਰੇ, ਤੈਨੂੰ ਜਿਉਣ ਦਾ ਢੰਗ ਸਿਖਾ ਸਕੇ। ਜਿੰਦੀ ਜਾਗਦੀ ਭਗਵਾਨ ਦੀ ਮੂਰਤ ਦੇ ਤੈਨੂੰ ਦਰਸ਼ਨ ਕਰਾਣੇ ਨੇ। ਲਓ ਫਿਰ ਸਾਧ ਸੰਗਤ, ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਰਸ ਕੀਤਾ ਜੀ 13ਵੇਂ ਸ਼ਲੋਕ ਦੇ ਅੰਦਰ। ਮਹਾਰਾਜ ਕਹਿੰਦੇ ਆ ਤੈਨੂੰ ਦੱਸਾਂ ਕਿ ਅਸਲ ਵਿੱਚ ਭਗਵਾਨ ਦੀ ਮੂਰਤ ਕੈਸੀ ਹੁੰਦੀ ਹੈ। ਮਹਾਰਾਜ ਕਹਿੰਦੇ ਸੁਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਉਹ ਮਨੁੱਖ ਜਿਹਦੇ ਤੇ ਸੁੱਖ ਦੁੱਖ ਕੋਈ ਅਸਰ ਨਹੀਂ ਪਾਉਂਦਾ, ਜਿਹੜਾ ਮਨੁੱਖ ਦੁੱਖ ਸੁੱਖ ਦੇ ਪ੍ਰਭਾਵ ਥੱਲੇ ਨਹੀਂ ਜਿਉਂਦਾ, ਜਿਹਦੇ ਉੱਤੇ ਲੋਭ ਮੋਹ ਅਭਿਮਾਨ ਦਾ ਕੋਈ ਅਸਰ ਨਹੀਂ ਹੁੰਦਾ, ਭਾਵ ਇਹਨਾਂ ਵਿਕਾਰਾਂ ਤੋਂ ਜਿਹੜੀ ਰੂਹ ਨਿਰਲੇਪ ਹੈ, ਜਿਹੜਾ ਪੁਰਖ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕਿਆ। ਮਰ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਇਹ ਮੇਰੇ ਮਨ ਸੁਣ, ਐਵੇਂ ਨਾ ਹੋਰ ਤਰ੍ਹਾਂ ਦੀਆਂ ਮੂਰਤਾਂ ਦੇ ਪਿੱਛੇ ਫਿਰਿਆ ਕਰ। ਅਸਲ ਵਿੱਚ ਉਹੀ ਭਗਵਾਨ ਦੀ ਮੂਰਤ ਹੈ ਜਿਹਦੇ ਉੱਤੇ ਕੋਈ ਸੁੱਖ ਦੁੱਖ ਆਪਣਾ ਅਸਰ ਨਹੀਂ ਪਾ ਸਕਦਾ, ਜਿਹੜਾ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਗਿਆ। ਸਾਧ ਸੰਗਤ, ਇਸ ਅਵਸਥਾ ਨੂੰ ਪਾਣਾ ਕੋਈ ਸੌਖਾ ਥੋੜੀ ਹੈ। ਅਸਲ ਵਿੱਚ ਜਿਹੜਾ ਮਨੁੱਖ ਜੀਂਦੇ ਜੀ ਪ੍ਰਭੂ ਵਿੱਚ ਲੀਨ ਹੋ ਜਾਂਦਾ ਨਾ, ਪ੍ਰਭੂ ਦਾ ਰੂਪ ਹੋ ਜਾਂਦਾ, ਉਹੀ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਸਕਦਾ, ਉਹੀ ਸੁੱਖ ਦੁੱਖ ਤੋਂ ਉੱਪਰ ਉੱਠ ਸਕਦਾ, ਉਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਸਕਦਾ। ਉਸੇ ਨੂੰ ਆਪਾਂ ਭਗਵਾਨ ਦੀ ਮੂਰਤ ਕਹਿ ਸਕਦੇ ਹਾਂ। ਇਸ ਸ਼ਲੋਕ ਦੀ ਵਿਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਹੀ ਆਪਣੀ ਪਾਵਨ ਬਾਣੀ 'ਚ ਕੀਤੀ ਹੈ ਜੀ। ਇੱਕ ਬਹੁਤ ਹੀ ਪਿਆਰ ਨਾਲ ਤੁਸੀਂ ਸ਼ਬਦ ਪੜ੍ਹਦੇ ਸੁਣਦੇ ਰਹਿੰਦੇ ਹੋ। ਮਰ ਕਹਿੰਦੇ ਆ ਭਲਿਆ ਭਗਵਾਨ ਦੀ ਮੂਰਤ ਬਣਨ ਵਾਸਤੇ ਪਹਿਲਾਂ ਤੈਨੂੰ ਜਿੰਦੇ ਜੀ ਪਰਮਾਤਮਾ ਵਿੱਚ ਲੀਨ ਹੋਣਾ ਪੈਣਾ, ਤੇ ਪਰਮਾਤਮਾ ਵਿੱਚ ਲੀਨ ਹੋਣ ਵਾਸਤੇ ਨਾ ਤੈਨੂੰ ਸੱਚਮੁੱਚ ਕੁਝ ਕੁ ਜੀਵਨ 'ਚ ਉਸ ਮਾਲਕ ਦੀ ਰਹਿਮਤ ਦਾ ਪਾਤਰ ਬਣਨਾ ਪਏਗਾ, ਕੁਝ ਜੀਵਨ 'ਚ ਕਮਾਣਾ ਪਏਗਾ। ਸਾਧ ਸੰਗ ਸੌਖਾ ਸ਼ਬਦ ਵਰਤਾਂ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਐਸਾ ਮਨੁੱਖ ਬਣ ਜਾਣਾ, ਐਸੀ ਅਵਸਥਾ ਨੂੰ ਹਾਸਲ ਕਰਨਾ ਕੋਈ ਸੌਖੀ ਗੱਲ ਨਹੀਂ। ਲੈ ਤੁਹਾਨੂੰ ਦੱਸਾਂ, ਕੁਝ ਅਵਸਥਾਵਾਂ ਨੇ ਸਾਧ ਸੰਗਤ ਜੀ, ਕੁਝ ਸੱਚਮੁੱਚ ਕੁਝ ਪੜਾਵ ਨੇ ਜਿਹੜੇ ਤੈਅ ਕਰਕੇ ਮਨੁੱਖ ਇਸ ਅਵਸਥਾ ਨੂੰ ਪਾ ਸਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪੈ ਨਹੀਂ ਜਾਂਕੈ, ਕੰਚਨ ਮਾਟੀ ਮਨ। ਜਿਹੜਾ ਮਨੁੱਖ ਸੱਚਮੁੱਚ ਦੁੱਖ ਆ ਜਾਏ ਤੇ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ, ਜਿਹੜਾ ਸੁੱਖਾਂ ਨਾਲ ਬਹੁਤਾ ਪਿਆਰ ਨਾ ਪਾ ਕੇ ਬਹਿ ਜਾਏ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝੇ। ਸਾਧ ਸੰਗਤ, ਕੋਈ ਛੋਟੀ ਅਵਸਥਾ, ਅਸੀਂ ਤਾਂ ਨਿੱਕਾ ਜਿਹਾ ਦੁੱਖ ਆ ਜੇ ਤਾਂ ਕਲਪ ਜਾਂਦੇ ਹਾਂ, ਮਾੜਾ ਜਿਹਾ ਘਰ ਵਿੱਚ ਸੁੱਖ ਆ ਜੇ ਤਾਂ ਸਾਡੇ ਪੈਰ ਜ਼ਮੀਨ ਤੇ ਨਹੀਂ ਰਹਿੰਦੇ, ਘਰ ਵਿੱਚ ਸੋਨੇ ਤੇ ਲਾਲਚ ਕਰਕੇ ਸਾਡੀ ਅਵਸਥਾ ਚੇਂਜ ਹੋ ਜਾਂਦੀ ਹੈ, ਮਿੱਟੀ ਦੇਖ ਕੇ ਆਪਾਂ ਨਿਰਾਸ਼ ਹੋ ਜਾਂਦੇ ਹਾਂ। ਮਰ ਕਹਿੰਦੇ ਸਭ ਕੁਝ ਪਾ ਕੇ ਇੱਕ ਜੈਸੀ ਅਵਸਥਾ ਬਣੀ ਰਹੇ, ਉਹ ਭਗਵਾਨ ਦੀ ਮੂਰਤ ਬਣ ਸਕਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਨ। ਕਿੰਨੀ ਕੁ ਉੱਚੀ ਅਵਸਥਾ ਸਾਸਨ, ਕਹਿਣਾ ਬੜਾ ਸੌਖਾ ਕਿ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝ ਲੈਣਾ। ਮੈਨੂੰ ਇੱਥੇ ਇਤਿਹਾਸ ਵਿੱਚੋਂ ਇੱਕ ਛੋਟੀ ਜਿਹੀ ਸਾਖੀ ਚੇਤੇ ਆ ਜਾਂਦੀ, ਹਾਲਾਂਕਿ ਮੇਰਾ ਦਿਲ ਕਰ ਰਿਹਾ ਅਗਲਾ ਸ਼ਲੋਕ ਵੀ ਨਾਲ ਲੈ ਕੇ ਚੱਲੀਏ। ਅਗਲੇ ਸ਼ਲੋਕ 'ਚ ਵੀ ਇਹੀ ਗੱਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਹੀਆਂ, ਸ਼ਲੋਕ ਤੁਹਾਡੇ ਸਾਹਮਣੇ ਰੱਖ ਦੇਣਾ। ਮਰ ਕਹਿੰਦੇ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋਹ ਸਮਾਨ। ਜਿਹੜਾ ਕੰਚਨ ਵਿੱਚ ਸੋਨੇ ਵਿੱਚ ਤੇ ਲੋਹੇ ਵਿੱਚ ਕੋਈ ਫਰਕ ਨਹੀਂ ਸਮਝਦਾ, ਕਹੋ ਨਾਨਕ ਸੁੰਦਰੇ ਮਨਾ ਮੁਕਤ ਤਾਏ ਤਾਂ ਜਾਣ। ਅਸਲ ਵਿੱਚ ਉਹੀ ਮਨੁੱਖ ਜੀਵਨ ਮੁਕਤ ਹੈ। ਇਹ ਪਹਿਲੇ 3 ਸ਼ਲੋਕ ਜਿਹੜੇ ਨੇ ਸਾਧ ਸੰਗਤ, ਇਹ ਸਾਰੇ ਸ਼ਲੋਕ ਮਿਲਦੇ ਜੁਲਦੇ ਜੀ। ਇਹ ਉਸ ਪੂਰਨ ਪੁਰਖ ਦੀ ਗੱਲ ਕੀਤੀ ਆ ਜਿਹੜਾ ਜਿੰਦੇ ਜੀ ਭਗਵਾਨ ਦੀ ਮੂਰਤ ਬਣ ਗਿਆ, ਜਿੰਦੇ ਜੀ ਪਰਮਾਤਮਾ ਵਿੱਚ ਲੀਨ ਹੋ ਗਿਆ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਨ। ਜਿਹੜਾ ਦੁੱਖ ਆ ਜੇ ਤੇ ਘਬਰਾਉਂਦਾ ਨਹੀਂ, ਸੁੱਖਾਂ ਨਾਲ ਬਹੁਤਾ ਪਿਆਰ ਨਹੀਂ ਪਾਉਂਦਾ, ਤੇ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦਾ। ਗੁਰੂ ਕਲਗੀਧਰ ਪਾਤਸ਼ਾਹ ਪਟਨਾ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਬੜੀ ਪ੍ਰਚਲਿਤ ਸਾਖੀ ਹੈ, ਪਰ ਇਸ ਸ਼ਲੋਕ ਦੇ ਨਾਲ ਜੁੜ ਰਹੀ, ਇਸ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਕਰ ਲਗਾ। ਮਾਤ ਗੁਜਰੀ ਨੇ ਬੜੇ ਕੀਮਤੀ ਸੋਨੇ ਦੇ 2 ਕੰਗਣ ਬਣਾ ਕੇ ਦਿੱਤੇ
ਬਾਲ ਗੋਬਿੰਦ ਰਾਏ ਨੂੰ ਸਾਧ ਸੰਗਤ। ਜਦੋਂ 2 ਕੰਗਣ ਪਹਿਨੇ ਤਾਂ ਇੱਕ ਦਿਨ ਬੱਚਿਆਂ ਨਾਲ ਖੇਡਦੇ ਖੇਡਦੇ ਗੁਰੂ ਕਲਗੀਧਰ ਪਾਤਸ਼ਾਹ ਗੰਗਾ ਨਦੀ ਦੇ ਕਿਨਾਰੇ ਤੇ ਗਏ ਨੇ। ਉੱਥੇ ਜਾ ਕੇ ਇੱਕ ਹੱਥ ਵਿੱਚ ਪਾਇਆ ਹੋਇਆ ਕੰਗਣ ਉਸ ਗੰਗਾ ਵਿੱਚ ਸੁੱਟ ਦਿੱਤਾ ਸਾਧ ਸੰਗਤ। ਵਾਪਸ ਘਰ ਵਿੱਚ ਆਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਗੁਜਰ ਕੌਰ ਨੇ ਪੁੱਛਿਆ, ਬੇਟਾ ਇਤਨੇ ਕੀਮਤੀ ਕੰਗਣ ਸਨ, ਕਿੱਥੇ ਸੁੱਟ ਆਇਆ ਇੱਕ ਕੰਗਣ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਤਾ ਗੁਜਰ ਕੌਰ ਜੀ ਦੀ ਬਾਂਹ ਪਕੜੀ, ਆਖਿਆ, ਮਾਂ ਆਓ ਤੁਹਾਨੂੰ ਦੱਸਾਂ ਮੈਂ ਕੰਗਣ ਕਿੱਥੇ ਸੁੱਟਿਆ। ਜਦੋਂ ਨਦੀ ਦੇ ਕਿਨਾਰੇ ਆ ਕੇ ਪਹੁੰਚੇ ਤੇ ਮਾਤਾ ਗੁਜਰ ਕੌਰ ਪੁੱਛਦੀ, ਬੇਟਾ ਮੈਨੂੰ ਦੱਸ ਕੰਗਣ ਕਿੱਥੇ ਸੁੱਟਿਆ ਈ? ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਸਰੇ ਹੱਥ ਦਾ ਵੀ ਕੰਗਣ ਉਤਾਰਿਆ ਤੇ ਗੰਗਾ ਵਿੱਚ ਸੁੱਟ ਕੇ ਕਹਿਣ ਲੱਗੇ, ਮਾਂ ਮੈਂ ਇੱਥੇ ਕੰਗਣ ਸੁੱਟਿਆ ਸੀ। ਇੱਥੇ ਮਾਤਾ ਗੁਜਰ ਕੌਰ ਕਹਿਣ ਲੱਗੇ, ਬੇਟਾ ਠੀਕ ਹੈ, ਪਹਿਲਾ ਕੰਗਣ ਕਿਤੇ ਜਾਣੇ ਅਣਜਾਣੇ ਵਿੱਚ ਤੇਰੇ ਕੋਲੋਂ ਗੁੰਮ ਹੋ ਗਿਆ ਹੋਵੇਗਾ, ਕਿਤੇ ਡਿੱਗ ਗਿਆ ਹੋਵੇਗਾ, ਮੈਂ ਮੰਨ ਸਕਦੀ ਹਾਂ ਕਿਉਂਕਿ ਮੈਂ ਕੋਲ ਨਹੀਂ ਸੀ, ਮੈਂ ਤੈਨੂੰ ਦੇਖਿਆ ਨਹੀਂ। ਪਰ ਦੂਸਰਾ ਕੰਗਣ ਤੇ ਤੂੰ ਬੇਟਾ ਜਾਣ ਬੁੱਝ ਕੇ ਸੁੱਟਿਆ, ਇਹ ਕੀ ਮਾਜਰਾ, ਕੀ ਕਾਰਨ? ਉੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ, ਆਖਿਆ, ਮਾਂ ਮੈਨੂੰ ਇੱਕ ਗੱਲ ਦੱਸ, ਇਹ ਜਿਹੜਾ ਸੋਨੇ ਦਾ ਕੰਗਣ ਹੈ ਨਾ, ਇਹ ਕੋਈ ਹਰ ਕੋਈ ਪਾ ਸਕਦਾ? ਮੈਂ ਕਹਿੰਦਾ ਉਹ ਦ੍ਰਿਸ਼ ਸਾਹਮਣੇ ਲਿਆਂਦਾ। ਕਹਿਣ ਲੱਗੇ, ਮਾਂ ਤੈਨੂੰ ਪਤਾ ਇਹ ਗੁਰੂ ਨਾਨਕ ਦਾ ਘਰ ਕਿਹੋ ਜਿਹਾ? ਕਹਿਣ ਲੱਗੇ, ਬੇਟਾ ਹਾਂ, ਇੱਥੇ ਗਰੀਬ ਤੇ ਅਮੀਰ ਨੂੰ ਇੱਕ ਜੈਸਾ ਪਿਆਰ ਮਿਲਦਾ, ਇੱਥੇ ਕੋਈ ਊਚ ਨੀਚ ਦਾ ਵਿਤਕਰਾ ਨਹੀਂ। ਇੱਥੇ ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਤੁਹਾਨੂੰ ਪਤਾ ਮਲਕ ਭਾਗੋ ਦੇ 36 ਪ੍ਰਕਾਰ ਦੇ ਭੋਜਨ ਛੱਡ ਕੇ ਤੇ ਭਾਈ ਲਾਲੋ ਦੀ ਰੁੱਖੀ ਸੁੱਕੀ ਰੋਟੀ ਖਾਧੀ ਸੀ। ਇਹ ਗੁਰੂ ਨਾਨਕ ਦਾ ਘਰ ਗਰੀਬ ਨਿਵਾਜ ਹੈ, ਇਹ ਗਰੀਬਾਂ ਨੂੰ ਨਿਵਾਜਣ ਵਾਲਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆਰੀ। ਤਾਂ ਫਿਰ ਮਾਂ ਮੈਨੂੰ ਦੱਸ, ਜੇ ਗੁਰੂ ਨਾਨਕ ਦਾ ਘਰ ਗਰੀਬ ਨਿਵਾਜ ਹੈ ਤੇ ਇਹ ਜਿਹੜੇ ਸੋਨੇ ਦੇ ਕੰਗਣ ਇੱਕ ਗਰੀਬ ਆਦਮੀ ਪਾ ਸਕਦਾ? ਤਾਂ ਮਾਂ ਨੇ ਆਖਿਆ, ਨਹੀਂ ਬੇਟਾ ਇਹ ਤਾਂ ਅਮੀਰ ਲੋਕਾਂ ਦੀਆਂ ਕਹਾਣੀਆਂ ਨੇ, ਗਰੀਬ ਬੰਦੇ ਨੂੰ ਤਾਂ ਰੋਟੀ ਦੀ ਚਿੰਤਾ ਪਈ ਹੁੰਦੀ ਆ, ਉਹਨ ਕਿੱਥੋਂ ਸੋਨੇ ਦੇ ਕੰਗਣ ਪਾ ਲੈਣੇ ਨੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਆਖੀ ਸੀ, ਮਾਂ ਮੈਂ ਆਪਣੀ ਕੌਮ ਨੂੰ ਇਹ ਕੜੇ ਨਹੀਂ ਦੇਣੇ, ਮੈਂ ਆਪਣੀ ਕੌਮ ਨੂੰ ਉਹ ਕੰਗਣ ਦੇਣੇ ਨੇ ਜਿਹੜਾ ਇੱਕ ਅਮੀਰ ਤੋਂ ਅਮੀਰ ਬੰਦਾ ਪਾ ਕੇ ਵੀ ਖੁਸ਼ੀ ਮਹਿਸੂਸ ਕਰੇ ਤੇ ਇੱਕ ਦਿਹਾੜੀਦਾਰ ਮਜ਼ਦੂਰ ਬੰਦਾ ਪਾ ਕੇ ਵੀ ਖੁਸ਼ੀ ਮਹਿਸੂਸ ਕਰੇ। ਮੈਂ ਸਰਵਲੋਹ ਦਾ ਕੰਗਣ ਦੇਣਾ ਆਪਣੀ ਕੌਮ ਨੂੰ, ਜਿਹੜਾ ਕਿ ਇੱਕ ਗਰੀਬ ਤੋਂ ਗਰੀਬ ਬੰਦਾ ਪਾ ਕੇ ਵੀ ਖੁਸ਼ੀ ਮਹਿਸੂਸ ਕਰੇ ਤੇ ਇੱਕ ਅਮੀਰ ਤੋਂ ਅਮੀਰ ਬੰਦਾ ਪਾ ਕੇ ਵੀ ਖੁਸ਼ੀ ਮਹਿਸੂਸ ਕਰੇ, ਤਾਂ ਕਿ ਕਿਸੇ ਦੇ ਅੰਦਰ ਕੋਈ ਵਿਤਕਰੇ ਵਾਲੀ ਭਾਵਨਾ ਨਾ ਆਏ। ਤਾਂ ਫਿਰ ਤੂੰ ਹੀ ਤਾਂ ਮਾਂ ਮੈਨੂੰ ਇਹ ਪਾਵਨ ਬਚਨ ਸੁਣਾਉਂਦੀ ਸੈਂ ਕਿ ਜੇ ਜਿੰਦੇ ਜੀ ਪਰਮਾਤਮਾ ਵਿੱਚ ਲੀਨ ਹੋਣਾ ਤਾਂ ਫਿਰ ਤੁਹਾਨੂੰ ਇਹ ਅਵਸਥਾ ਜਿਹੜੀ ਹੈ ਤਿਆਰ ਕਰਨੀ ਪਏਗੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ। ਅਗਲਾ ਬਚਨ ਕੀ ਹੈ? ਮਰ ਕਹਿੰਦੇ, ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ। ਬੜੇ ਸਰਲ ਅਰਥ ਨੇ ਸਾਧ ਸੰਗਤ। ਹਾਂ ਅਰਥ ਅਸੀਂ ਪੜ੍ਹ ਲਾਂਗੇ, ਪਰ ਕਮਾਨ ਵਾਸਤੇ 10 ਬੇਨਤੀ ਕਰਦਾ, ਉਮਰਾਂ ਲੱਗ ਜਾਂਦੀਆਂ। ਨੈ ਨਿੰਦਿਆ ਨੈ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਜਦੋਂ ਇਹੋ ਜਿਹਾ ਜੀਵਨ ਹੋ ਜਾਏ, ਮਰ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ। ਇਹ ਜਿਹੜੀ 6 ਪੰਕਤੀਆਂ ਦੇ ਅੰਦਰ ਜੁਗਤੀ ਦੱਸੀ ਹੈ ਨਾ, ਮਰ ਕਹਿੰਦੇ ਆਪਣੇ ਹੀਲੇ ਕਰਕੇ, ਆਪਣੇ ਯਤਨ ਕਰਕੇ ਨਹੀਂ, ਗੁਰੂ ਕਿਰਪਾ ਕਰੇ ਤੇ ਇਹੋ ਜੀ ਜੁਗਤੀ ਦਾ ਮਾਲਕ ਬੰਦਾ ਬਣ ਸਕਦਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ। ਫਿਰ ਕੀ ਹੋਵੇਗਾ? ਨਾਨਕ ਲੀਨ ਪਿਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਇਹ ਉਸ ਮਨੁੱਖ ਦੀ ਨਿਸ਼ਾਨੀ ਦੱਸੀ ਜਿਹੜਾ ਜਿੰਦੇ ਜੀ ਭਗਵਾਨ ਦਾ ਮੂਰਤ ਬਣ ਗਿਆ। ਅੱਜ 13ਵੇਂ ਸ਼ਲੋਕ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹੀ ਗੱਲ ਆਖੀ ਸਾਧ ਸੰਗਤ। ਮਰ ਕਹਿੰਦੇ ਸੁਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਜਿਹੜਾ ਮਨੁੱਖ ਦੇ ਉੱਤੇ ਸੁੱਖ ਤੇ ਦੁੱਖ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਇਹਦਾ ਅਸਲ ਵਿੱਚ ਭਾਵ ਹੈ ਕਿ ਘਰ ਵਿੱਚ ਸੁੱਖ ਆ ਜੇ ਤੇ ਮਨੁੱਖ ਜ਼ਿਆਦਾ ਖੁਸ਼ ਨਾ ਹੋ ਜੇ, ਘਰ ਵਿੱਚ ਦੁੱਖ ਆ ਜੇ ਤੇ ਬੰਦਾ ਜ਼ਿਆਦਾ ਡੋਲ ਨਾ ਜਾਏ। ਲੋਭ ਮੋਹ ਅਭਿਮਾਨ ਜਿਹਦੇ ਉੱਤੇ ਅਸਰ ਨਹੀਂ ਪਾਉਂਦਾ, ਜ਼ਿਆਦਾ ਲੋਭ ਨਹੀਂ ਕਰਦਾ, ਮੋਹ ਵਿੱਚ ਨਹੀਂ ਜਿੰਦਾ, ਅਭਿਮਾਨ ਨਹੀਂ ਕਰਦਾ। ਮਰ ਕਹਿੰਦੇ ਐਸੇ ਮਨੁੱਖ ਨੂੰ ਕੀ ਆਖਣਾ ਚਾਹੀਦਾ? ਮਰ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਐਸਾ ਮਨੁੱਖ ਜਿੰਦੀ ਜਾਗਦੀ ਭਗਵਾਨ ਦੀ ਮੂਰਤ ਹੋ ਸਕਦਾ ਹੈ।
ਮਹਾਰਾਜ ਕਹਿੰਦੇ ਮੈਂ ਕਾਗਜ਼ ਦੀਆਂ ਮੂਰਤਾਂ ਪੱਥਰ ਦੀਆਂ ਮੂਰਤਾਂ ਨਾਲ ਨਹੀਂ ਤੁਹਾਨੂੰ ਜੋੜਨਾ, ਤੁਹਾਨੂੰ ਜਿੰਦੀ ਜਾਗਦੀ ਭਗਵਾਨ ਦੀ ਮੂਰਤ ਦੇ ਦਰਸ਼ਨ ਕਰਾਣੇ ਨਾ। ਇਹ ਹੈ ਭਗਵਾਨ ਦੀ ਮੂਰਤ ਜਿਹਦੇ ਉੱਤੇ ਕੋਈ ਸੁੱਖ ਦੁੱਖ ਲੋਭ ਮੋਹ ਹੰਕਾਰ ਅਸਰ ਨਾ ਪਾ ਸਕੇ ਜੀ। ਲਓ ਫਿਰ 14ਵੇਂ ਸ਼ਲੋਕ 'ਚ ਵੀ ਸਤਿਗੁਰਾਂ ਨੇ ਐਸੀਆਂ ਬਾਤਾਂ ਸਾਡੀ ਝੋਲੀ 'ਚ ਪਾਈਆਂ ਜੀ। ਮਹਾਰਾਜ ਕਹਿੰਦੇ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਏ ਤੈ ਜਾਨ। ਅਸਲ ਵਿੱਚ ਮਨੁੱਖ ਦੇ ਜੀਵਨ 'ਚ ਇੱਕ ਬੜਾ ਵੱਡਾ ਭੁਲੇਖਾ ਸੀ। ਲੋਕ ਕਹਿੰਦੇ ਸਨ ਜਦੋਂ ਕੋਈ ਮਨੁੱਖ ਮਰ ਜਾਂਦਾ ਸੀ ਅਸੀਂ ਕਹਿੰਦੇ ਸਾਂ ਮਨੁੱਖ ਮੁਕਤ ਹੋ ਗਿਆ। ਮੇਰੇ ਸਤਿਗੁਰ ਕਹਿਣ ਲੱਗੇ ਜਿਹੜਾ ਮਨੁੱਖ ਜਿੰਦੇ ਜੀ ਨਹੀਂ ਮੁਕਤ ਹੋ ਸਕਿਆ ਉਸਨੇ ਮਰ ਕੇ ਕਿੱਥੋਂ ਮੁਕਤ ਹੋ ਜਾਣਾ। ਜਾਂ ਜਦੋਂ ਕੋਈ ਮਨੁੱਖ ਚੜ੍ਹਾਈ ਕਰ ਜੇ ਨਾ ਆਪਾਂ ਇੱਕ ਦੂਜੇ ਨੂੰ ਪੁੱਛਦੇ ਹਾਂ ਕੀ ਹੋਇਆ, ਕੋਈ ਕਹਿੰਦਾ ਜੀ ਫਲਾਣਾ ਬੰਦਾ ਪੂਰਾ ਹੋ ਗਿਆ। ਪੂਰਾ ਕਿੱਥੋਂ ਹੋਣਾ? ਬੰਦਾ ਅਧੂਰਾ ਸੰਸਾਰ ਤੇ ਆਇਆ ਤੇ ਅਧੂਰਾ ਹੀ ਚਲਾ ਗਿਆ। ਜੇ ਪੂਰੇ ਗੁਰੂ ਨਾਲ ਮਿਲਾਪ ਨਹੀਂ ਹੋਇਆ, ਆਪਣੇ ਜੀਵਨ ਦਾ ਮਕਸਦ ਨਹੀਂ ਸਮਝਿਆ, ਜਿੰਦੇ ਜੀ ਭਗਵਾਨ ਦੀ ਮੂਰਤ ਨਹੀਂ ਬਣ ਸਕਿਆ, ਤਾਂ ਫਿਰ ਮੈਨੂੰ ਕਹਿਣ ਦੇਣਾ ਸਾਧ ਸੰਗਤ ਤੋਂ ਕਿੱਥੋਂ ਪੂਰਾ ਹੋ ਗਿਆ ਜੀ। ਮਰ ਕਹਿੰਦੇ ਜਿੰਦੇ ਜੀ ਤੈਨੂੰ ਮੈਂ ਮੁਕਤ ਕਰਨਾ ਚਾਹਨਾ। ਤੇ ਮੁਕਤ ਹੋਣ ਦੀਆਂ ਨਿਸ਼ਾਨੀਆਂ ਨਾ, ਜਿਹੜਾ ਆਪਣੀ ਉਸਤਤ ਸੁਣ ਕੇ ਖੁਸ਼ ਨਹੀਂ ਹੁੰਦਾ ਤੇ ਆਪਣੀ ਨਿੰਦਿਆ ਸੁਣ ਕੇ ਨਿਰਾਸ਼ ਨਹੀਂ ਹੁੰਦਾ। ਸਾਧ ਸੰਗਤ ਬੜੇ ਪਿਆਰੇ ਬਚਨ ਹੈ ਰੱਬੀ ਬਾਣੀ ਦੇ ਅੰਦਰ, ਪਰ ਇੱਕ ਇੱਕ ਪ੍ਰਮਾਣ ਹੀ ਲੈ ਰਹੇ ਹਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅਬ ਹਮ ਚੱਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਉਪਮਾ, ਤੇ ਵੈ ਸੰਤਰ ਜਾਰ, ਕੋਈ ਭਲਾ ਕਹੂੰ ਭਾਵੇਂ ਬੁਰਾ ਕਹੂੰ, ਹਮ ਤਨ ਦਿਓ ਹੈ ਡਰ। ਕੋਈ ਸਾਨੂੰ ਚੰਗਾ ਕਿ ਕੋਈ ਸਾਨੂੰ ਮਾੜਾ ਕਿ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ। ਅਸਲ ਵਿੱਚ ਉਹ ਜੀਵਨ ਮੁਕਤ ਇਨਸਾਨ ਹੈ ਜਿਹਦੇ ਤੇ ਉਸਤਤ ਤੇ ਨਿੰਦਿਆ ਕੋਈ ਅਸਰ ਨਾ ਪਾ ਸਕੇ ਜੀ। ਅੱਜ ਇਹੀ ਤਾਂ ਕਹਾਣੀ ਵੇਖਣ ਨੂੰ ਮਿਲਦੀ ਹੈ ਜੀ। ਕਿਸੇ ਮਨੁੱਖ ਨੂੰ ਆਪਾਂ ਕੋਈ ਉਸਤਤ ਵਾਸਤੇ ਚਾਰ ਬੋਲ ਬੋਲ ਦਈਏ ਨਾ, ਬੰਦਾ ਇਤਨਾ ਕੁ ਖੁਸ਼ ਹੋ ਜਾਂਦਾ ਕਿ ਹੈਰਾਨਗੀ ਦੀ ਹੱਦ ਨਹੀਂ ਰਹਿੰਦੀ। ਬੰਦੇ ਦੀ ਨਿੰਦਿਆ ਹੋ ਜਾਏ ਐਵੇਂ ਨਿੱਕਾ ਜਿਹਾ ਮੂੰਹ ਬਣਾ ਕੇ ਬਹਿ ਜਾਂਦਾ। ਮਹਾਰਾਜ ਕਹਿੰਦੇ ਇਹ ਪੂਰਨ ਪੁਰਖ ਦੀਆਂ ਨਿਸ਼ਾਨੀਆਂ ਨਹੀਂ, ਇਹ ਜੀਵਨ ਮੁਕਤ ਦੀਆਂ ਨਿਸ਼ਾਨੀਆਂ ਨਹੀਂ। ਮਹਾਰਾਜ ਕਹਿੰਦੇ ਜੀਵਨ ਮੁਕਤ ਦੀ ਨਿਸ਼ਾਨੀਆਂ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ। ਜਿਹੜਾ ਸੋਨੇ ਤੇ ਲੋਹੇ ਨੂੰ ਇੱਕ ਸਮਾਨ ਵੇਖਦਾ ਜੀ, ਉਹਦੀ ਅਵਸਥਾ ਵਿੱਚ ਇਤਨੀ ਸਥਿਰਤਾ ਆ ਜਾਂਦੀ, ਇਤਨੀ ਆਤਮਿਕ ਅਡੋਲਤਾ ਆ ਜਾਂਦੀ, ਉਹਦਾ ਜੀਵਨ ਇੱਕ ਰਸ ਬਣ ਜਾਂਦਾ। ਸਾਧ ਸੰਗਤ ਕੋਈ ਭਲਾ ਕਹੂੰ ਭਾਵੇਂ ਬੁਰਾ ਕਹੂੰ, ਹਮ ਤਨ ਦਿਓ ਹਡਾ। ਉਹਨੂੰ ਕੋਈ ਚੰਗਾ ਕਿ ਮਾੜਾ ਕਿ ਉਹਨੂੰ ਕੋਈ ਵੀ ਫਰਕ ਪੈਣ ਵਾਲਾ ਨਹੀਂ। ਸਾਧ ਸੰਗਤ ਨਾ ਉਹਦੇ ਤੇ ਕੋਈ ਦੁੱਖ ਸੁੱਖ ਅਸਰ ਪਾਉਂਦਾ। ਤਾਂ ਹੀ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਹੋਰ ਸਤਿਗੁਰਾਂ ਸਾਡੀ ਝੋਲੀ ਵਿੱਚ ਪਾਇਆ। ਸਾਧ ਸੰਗਤ ਬੜੇ ਪਿਆਰ ਨਾਲ ਆਪਾਂ ਕੀਰਤਨ ਰੂਪ 'ਚ ਵੀ ਉਹ ਪਾਵਨ ਬਚਨ ਸਰਵਨ ਕਰਦੇ ਰਹਿੰਦੇ ਹਾਂ ਕਿ ਭਲਿਆ ਇਹ ਜੀਵਨ ਮੁਕਤ ਮਨੁੱਖ ਉਹੀ ਆ ਜਿਹਦੇ ਤੇ ਦੁੱਖ ਸੁੱਖ ਅਸਰ ਨਹੀਂ ਪਾਉਂਦਾ। ਮੈਂ ਅਗਲੇ ਸ਼ਲੋਕ ਨਾਲ ਉਹ ਪਾਵਨ ਬਚਨ ਜੋੜਨਾ। ਆਓ ਇਸ ਸ਼ਲੋਕ ਦਾ ਆਪਾਂ ਪਾਠ ਕਰ ਲਈਏ। ਮਹਾਰਾਜ ਕਹਿੰਦੇ ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਏ ਤੈ ਜਾਨ। ਇਹ ਮੇਰੇ ਮਨ ਸੁਣ, ਅਸਲ ਵਿੱਚ ਉਹੀ ਮਨੁੱਖ ਮੁਕਤ ਹੋ ਸਕਦਾ ਹੈ, ਉਹੀ ਜਿੰਦੇ ਜੀ ਮਨੁੱਖ ਮੁਕਤ ਹੋ ਸਕਦਾ ਹੈ ਜਿਹਦੇ ਇਹੋ ਜੀ ਅਵਸਥਾ ਤਿਆਰ ਹੋ ਗਈ ਕਿ ਜਿੱਤੇ ਉਸਤਤ ਨਿੰਦਿਆ ਦਾ ਕੋਈ ਫਰਕ ਨਾ ਪਵੇ, ਲੋਹਾ ਤੇ ਸੋਨੇ ਨੂੰ ਇੱਕ ਸਮਾਨ ਸਮਝੇ। ਮਰ ਕਹਿੰਦੇ ਜਿੰਦੇ ਜੀ ਜੀਵਨ ਮੁਕਤ ਹੋ ਗਿਆ ਜੀ। ਲਓ ਅੱਗੇ 15ਵੇਂ ਸ਼ਲੋਕ 'ਚ ਵੀ ਮੇਰੇ ਸਤਿਗੁਰਾਂ ਨੇ ਇਹੋ ਜੀ ਕਹਾਣੀ ਬਿਆਨ ਕੀਤੀ ਹੈ। ਆਖਿਆ ਕਿਤੇ ਜਿੰਦੇ ਜੀ ਤੇਰਾ ਜੀਵਨ ਘੜਿਆ ਜਾਏ, ਤੂੰ ਜਿੰਦੇ ਜੀ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏ। ਦਾਸ ਅਕਸਰ ਬੇਨਤੀ ਕਰਦਾ ਹੁੰਦਾ ਇਹ ਜਿੰਦੇ ਜੀ ਮਨੁੱਖ ਦੀਆਂ ਕਹਾਣੀਆਂ ਨੇ। ਅਸੀਂ ਕਈ ਵਾਰੀ ਇਹ ਵੀ ਸ਼ਬਦ ਵਰਤਦੇ ਹਾਂ ਜਦੋਂ ਕੋਈ ਮਨੁੱਖ ਚਲਾਣਾ ਕਰ ਜਾਂਦਾ ਰੱਬ ਨੂੰ ਪਿਆਰਾ ਹੋ ਗਿਆ। ਮਰ ਕਹਿੰਦੇ ਭਲਿਆ ਜਿਹੜਾ ਜਿੰਦੇ ਜੀ ਰੱਬ ਨੂੰ ਪਿਆਰਾ ਨਹੀਂ ਹੋ ਸਕਿਆ, ਮਰ ਕੇ ਕਿੱਥੋਂ ਪਿਆਰਾ ਹੋ ਜਾਣਾ। ਜਿੰਦੇ ਜੀ ਰੱਬ ਨਾਲ ਪਿਆਰ ਕਰਨਾ ਸੀ, ਜਿੰਦੇ ਜੀ ਰੱਬ ਦੇ ਦਰ ਤੇ ਪ੍ਰਵਾਨ ਹੋਣਾ ਸੀ। ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਮਰ ਕਹਿੰਦੇ ਜਿਹਦੇ ਜੀਵਨ 'ਚ ਹਰਖ ਸੋਗ ਭਾਵ ਖੁਸ਼ੀ ਗਮੀ ਦਾ ਕੋਈ ਫਰਕ ਨਹੀਂ ਪੈਂਦਾ। ਇਤਿਹਾਸ ਵਿੱਚ ਬਥੇਰੀਆਂ ਸਾਖੀਆਂ ਐਸੀਆਂ ਸਾਧ ਸੰਗਤ। ਮਰ ਕਹਿੰਦੇ ਹਰਖ ਸੋਗ ਜਾਂ ਕਹਿ ਨਹੀਂ, ਬੈਰੀ ਮੀਤ ਸਮਾਨ। ਜਿਹੜਾ ਆਪਣੇ ਦੁਸ਼ਮਣ ਤੇ ਮਿੱਤਰ ਨੂੰ ਇੱਕ ਸਮਾਨ ਸਮਝਦਾ। ਇਤਿਹਾਸ ਵਿੱਚ ਯਕੀਨ ਜਾਣਿਓ ਕੋਈ ਇੱਕ ਘਟਨਾ ਥੋੜੀ ਦੇਖਣ ਨੂੰ ਮਿਲਦੀ ਹੈ। ਤੁਸੀਂ ਪੜ੍ਹ ਕੇ ਦੇਖੋ ਇਤਿਹਾਸ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤ ਕਰਦੇ ਨੇ, ਕਹਿੰਦੇ ਵਿਸਰ ਗਈ ਸਭ ਤਾਤ ਪਰਾਈ,
जब ते साध संगत मोय पाई, ना को वैरी नहीं बेगाना, सगल संग हमको बनिआई। हुण भावना ये बन गई, ना कोई मेरिया नज़रां विच वैरी है ते ना कोई मेरिया नज़रां विच मित्र है, मैं सब नूं एक समान वेखदा। तां ही तो मेरे सतगुर कहते बुरा भला को किसको कही है, सगले जी तुम्हारे। यह मालका मैं किन्नू चंगा माड़ा आखां जदों सारे जीव तेरे पैदा किए हुए हैं। यकीन जानो ये जीवन मुक्त इंसान दी निशानियां दसियां ने, जिहदे ते हरक सोग दा कोई प्रभाव नहीं, खुशी गमी का कोई असर नहीं, तो जिहड़ा सारिआं नूं एक समान समझदा, किसी नूं बैरी ते किसी नूं मित्र नहीं समझदा, बल्कि सबनां नूं एक जैसा जिहड़ा प्यार करदा। साध संगत जी मर कहते कहो नानक सुन रे मना, मुकत ताहे ता जान। ये मेरे मन सुन, असल विच ऐसा मनुख ही जीवन मुक्त अखवा सकता है जिहदी इहो जी अवस्था बन जाए, जिहड़ा एक रस अवस्था नूं माने। गुरु रामदास महाराज दे एक पावन बचन जिहड़ा कहण लगा सा, मर कहण लगे कोई मैनूं मेरे प्रीतम नाल मिला ते दे, मैं उहदे वास्ते अपना सब कुछ कुर्बान कर दियां। कोई आन मिलावे मेरा प्रीतम प्यारा, हऊँ तिस पै आप विचाई, दर्शन हर देखन कै ताई, किरपा करे तां सतगुर मेले, हर हर नाम ते आई। अगला वचन मर कहते जे सुख दे तां तुझे आराधा। ये अवस्था कि सुख आजे ते रब नूं नहीं भुल जाना, तां भी रब नूं चेते करना, ते किते दुख दा समा आजे तां भी प्रभु नूं ही चेते करना। जे सुख दे तां तुझे आराधी, दुख भी तुझे ते आई, जे भुख दे तां इत ही राजा, दुख विच सुख मनाई। तन मन काट काट सब अर्पी, बिच अग्नि आप जलाई, पखा फेरी पानी ढोवा, जो देवै सो खाई, नानक गरीब ढै पिया दुआरे, हर मेल लियो वडियाई। सतगुरां ने 14वें ਅਤੇ 15वें श्लोक च जीवन मुक्त मनुख की निशानी दसी। लो फिर 16वें श्लोक च मेरे सतगुर कहते आ भलिया तू ज्ञानी किनू समझना, जिहड़ा चिट्टे कपड़े पांदा है, ज्ञान दीआं बातां करदा, तू उन्नू ज्ञानी समझदा। मर कहते असल विच ज्ञानी मनुख वो नहीं जिहदे कोल ज्ञान है, ज्ञानी मनुख वो है जिहदा इहो जिहा जीवन है। किहो जिहा जी? मर कहते पै काहू को देत नह पैमान ते आन, जिहड़ा ना किसी नूं डरांदा है ते ना किसी तों डरदा है। यह है ज्ञानी मनुख की निशानी जी। भै काहू को देत न भै मानत, ना किसी नूं डराना ते ना किसी तो डरना। पढ़ लो किते गुरु नानक दे घर का इतिहास साध संगत। हालांकि 10 पातशाहियां च बस इस श्लोक की व्याख्या होंदी, पर एक ट्युक मात्र इशारा कर देना। गुरु हर राय महाराज के दरबार च 2200 घोड़ सवार रहिंदे सन साध संगत। पर तुहानूं पता इतनी वड्डी फौज होने के बावजूद भी किसी नूं डराया नहीं, किसी नूं धमकाया नहीं, बल्कि उस मालक के भाने विच विचरे। ते जे गुरु तेग बहादुर पातशाह के सामने जलाद तलवार तेज करके डराना चाहता, तो गुरु तेग बहादुर महाराज तां भी नहीं डरे। 10 पातशाहियां तक देखो, ना किसी नूं डराया ते ना किसी तो डरे, सामने तलवार तेज करदा जालम। तो एक पंजाबी का कवि उत्थे लिखदा, मैं जरूर एक कविता कह के अज के विषय की संपूर्णता करनी है। गुरु तेग बहादुर पातशाह ने जो उत्थे आख्या, एक पंजाबी के कवि ने लिखिया, कहते जालमा तू मैनूं डराना चाहना, तेनों पता नहीं है गुरु नानक का घर है, ये ना किसी नूं डरांदा ते ना किसी तो डरदा। कहते मैं हाँ तेग ते तेग तो भी एक दो नहीं परख लै 100 तेगा, मैनूं लकवा तेग बहादरी दा, मेरे सामे नहीं सकदियां हो तेगा। मैं ते जमदियां तेगां दी शाह मानी, वेख पिता दियां पहनियां 2 तेगा, मेरे पिता दी अनख बहादरी ते रिया परख दा तेरा प्यो तेगा। हुण भी देखी आंदे भविख अंदर, मेरे पुत्र ने बानियां जो तेगा, ओदी तेग विचों जिहड़ी तेग निकलू, लेगी लखां तेरियां खो तेगा। गुरु तेग बहादुर पातशाह दे सामने भाई मती दास नूं आरे नाल चीर दिता, भाई सती दास नूं रूह विच लपेट के शहीद कर दिता, भाई दयाले जी नूं उबलदी देग विच उबाल के शहीद कर दिता। पर जालम गुरु तेग बहादुर पातशाह नूं डरा नहीं सकिया, क्योंकि गुरु नानक दा घर है कि भै काहू को देत न पै मानत आन, कहो नानक सुन रे मना, ज्ञानी ताहे बखान। ये मेरे मन सुन, असल विच ये ज्ञानी की पहचान है, जिहड़ा ना ताकत आ जाए तो किसी नूं डरांदा। तां ही बाबा फरीद जी नूं कहना पै गया सी, मत होंदी होए ए आना, तान होंदे होए निताना, अनहोंदे आप बंडाए,
ਕੋ ਐਸਾ ਭਗਤ ਸਦਾਏ, ਕੋਈ ਬਿਰਲਾ ਐਸਾ ਭਗਤ ਹੈ ਰੱਬ ਦਾ ਪਿਆਰਾ ਜਿਹੜਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਹੈ ਜੀ। ਅਸਲ ਗਿਆਨੀ ਦੀ ਇਹ ਪਹਿਚਾਨ ਹੈ। ਸੋ ਆਓ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਇੱਕ ਬਾਣੀ ਦੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਪ੍ਰੋਗਰਾਮ ਉਲੀਕਿਆ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਘਰ ਘਰ ਤੱਕ ਪਹੁੰਚਾਈ ਜਾ ਸਕੇ। ਸਮੂਹ ਵੀਰਾਂ ਦੇ ਸਿਰ ਤੇ ਹੱਥ ਰੱਖਣ ਮੇਰੇ ਸਤਿਗੁਰ, ਤੰਦਰੁਸਤੀ ਦੀ ਦਾਤ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇਤਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।